ਐਸਜੀਪੀਸੀ ਦੀ ਜਿਹੜੀ ਸਾਖ ਹੈ ਉਹ ਡਿੱਗਦੀ ਜਾ ਰਹੀ ਹੈ। ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਈ ਤਰੀਕੇ ਦੇ ਸਵਾਲ ਵੀ ਖੜੇ ਹੋ ਰਹੇ ਨੇ, ਵੱਡੇ ਇਲਜ਼ਾਮ ਲੱਗੇ ਨੇ। ਕਿਵੇਂ ਇਹਦੇ ਵਿੱਚ ਸੁਧਾਰ ਕਰੋਗੇ, ਕਿਵੇਂ ਜਿਹੜੀ ਸਾਖ ਦੁਬਾਰਾ ਚੁੱਕੋਗੇ? 328 ਜਿਹੜੇ ਸਰੂਪ ਨੇ ਗੁੰਮ ਹੋਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ। ਸਿੱਖ ਜਥੇਬੰਦੀਆਂ ਬਾਹਰ ਧਰਨਾ ਲਗਾ ਰਹੀਆਂ ਨੇ। ਹੁਣ ਤੁਹਾਡੇ ਤੇ ਜ਼ਿੰਮੇਵਾਰੀ ਆ ਗਈ ਹੈ ਨਵੇਂ ਪ੍ਰਧਾਨ ਦੇ ਤੌਰ ਤੇ ਕਿ ਇਹ ਮਸਲੇ ਨੂੰ ਕਿਵੇਂ ਹੱਲ ਕਰੋਗੇ ਤੁਸੀਂ? ਹੁਣ ਮੌਕੇ ਦੇ ਉੱਤੇ ਥੋੜੀ ਲਾਪਰਵਾਹੀ ਹੋ ਗਈ ਪ੍ਰਬੰਧਕਾਂ ਵੱਲੋਂ ਵੀ, ਪ੍ਰਸ਼ਾਸਨ ਵੱਲੋਂ ਵੀ, ਜਿਹਦੇ ਨਾਲ ਸਾਡਾ ਨੁਕਸਾਨ ਹੋਇਆ। ਪਰ ਉਹ ਸਿੱਧੇ ਤੌਰ ਤੇ ਵੱਡੇ ਇਲਜ਼ਾਮ ਲਾਉਂਦੇ ਨੇ, ਕਹਿੰਦੇ ਰਾਮ ਰਹੀਮ ਦੇ ਡੇਰੇ 'ਚ ਭੇਜੇ ਗਏ ਨੇ। ਉਹਨਾਂ ਨੇ ਕੀ ਕਰਨੇ ਗੁਰੂ ਗ੍ਰੰਥ ਸਾਹਿਬ? ਉਹ ਤੇ ਗੁਰੂ ਗ੍ਰੰਥ ਸਾਹਿਬ ਮੰਨਦੇ ਹੀ ਨਹੀਂ। ਤੁਸੀਂ ਜਥੇਦਾਰ ਹੋਣਾ ਵੱਲੋਂ ਜਿਹੜੀ ਜਾਂਚ ਕਰਵਾਈ ਗਈ ਆ ਉਹ ਰਿਪੋਰਟ ਦੇ ਨਾਲ ਬਿਲਕੁਲ ਸਹਿਮਤ ਹੋ? ਜੇ ਸਾਨੂੰ ਲੱਗਦਾ ਹੋਵੇ ਕਿ ਇੱਥੇ ਕੋਈ ਫਰਕ, ਤੇ ਅਸੀਂ ਸਪਸ਼ਟ ਹੁੰਦੇ ਹੋਈਏ ਕਿਸੇ ਗੱਲ ਦੇ ਉੱਤੇ, ਉਹ ਸਪਸ਼ਟ ਗੱਲ ਜਿਹੜੀ ਹੈ ਸੰਗਤਾਂ ਵਿੱਚ ਆ ਜਾਏ, ਤੇ ਮੇਰਾ ਖਿਆਲ ਹੈ ਕਿ ਹੋ ਸਕਦਾ ਕਿ ਸੰਗਤ ਉਹਦੇ ਉੱਤੇ ਕੋਈ ਤਸੱਲੀ ਮਹਿਸੂਸ ਕਰੇ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਣ ਵਾਲੀ ਐਸਜੀਪੀਸੀ ਦੇ ਪਹਿਲੇ ਮਹਿਲਾ ਪ੍ਰਧਾਨ ਬਣਨ ਵਾਲੇ ਬੀਬੀ ਜਗੀਰ ਕੌਰ ਇੱਕ ਵਾਰ ਫਿਰ ਐਸਜੀਪੀਸੀ ਦੇ ਨਵੇਂ ਪ੍ਰਧਾਨ ਬਣੇ ਨੇ। ਪਰ ਬੀਬੀ ਜਗੀਰ ਕੌਰ ਦੇ ਸਿਰ ਪ੍ਰਧਾਨਗੀ ਦਾ ਇਹ ਜਿਹੜਾ ਤਾਜ ਹੈ ਇਹ ਉਸ ਸਮੇਂ ਸਜਿਆ ਜਦੋਂ ਐਸਜੀਪੀਸੀ ਦੀ ਜਿਹੜੀ ਸਾਖ ਹੈ ਉਹ ਡਿੱਗਦੀ ਜਾ ਰਹੀ ਹੈ ਅਤੇ ਕਈ ਵਿਵਾਦ ਜੁੜੇ ਹੋਏ ਨੇ। 328 ਲਾਪਤਾ ਸਰੂਪ ਦੇ ਮਾਮਲੇ ਨੂੰ ਲੈ ਕੇ ਵੀ ਐਸਜੀਪੀਸੀ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਹੁਣ ਬੀਬੀ ਜਗੀਰ ਕੌਰ ਦੇ ਸਿਰ ਵੱਡੀ ਜ਼ਿੰਮੇਵਾਰੀ ਹੈ ਕਿ ਐਸਜੀਪੀਸੀ ਦੀ ਡਿੱਗਦੀ ਸਾਖ ਨੂੰ ਇਹ ਕਿਵੇਂ ਬਚਾਉਣਗੇ। ਬੀਬੀ ਜਗੀਰ ਕੌਰ ਜੀ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬੀਬੀ, ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਚੌਥੀ ਵਾਰ ਪ੍ਰਧਾਨ ਬਣ ਲਈ। ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਐਸਜੀਪੀਸੀ ਦੀ ਜਿਹੜੀ ਸਾਖ ਹੈ ਉਹ ਡਿੱਗਦੀ ਜਾ ਰਹੀ ਹੈ। ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਈ ਤਰੀਕੇ ਦੇ ਸਵਾਲ ਵੀ ਖੜੇ ਹੋ ਰਹੇ ਨੇ, ਵੱਡੇ ਇਲਜ਼ਾਮ ਲੱਗੇ ਨੇ। ਕਿਵੇਂ ਇਹਦੇ ਵਿੱਚ ਸੁਧਾਰ ਕਰੋਗੇ, ਕਿਵੇਂ ਜਿਹੜੀ ਸਾਖ ਦੁਬਾਰਾ ਚੁੱਕੋਗੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸਿੱਖਾਂ ਦੀ, ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੀ ਨੁਮਾਇੰਦਗੀ ਕਰਦੀ ਹੈ। ਲੱਖਾਂ ਕਰੋੜਾਂ ਸੰਗਤਾਂ ਦੀਆਂ ਨਜ਼ਰਾਂ ਹਰ ਵੇਲੇ ਉਸ ਸੰਸਥਾ ਵੱਲ ਰਹਿੰਦੀਆਂ, ਕਿਉਂਕਿ ਉਸ ਸੰਸਥਾ ਦਾ ਬੜਾ ਗੌਰਵਮਈ ਇਤਿਹਾਸ ਹੈ। ਉਹ ਕੁਰਬਾਨੀਆਂ 'ਚੋਂ, ਸ਼ਹੀਦੀਆਂ 'ਚੋਂ ਨਿਕਲੀ ਸੰਸਥਾ ਹੈ। ਇਸ ਕਰਕੇ ਲੋਕਾਂ ਨੂੰ ਉੱਥੋਂ ਬਹੁਤ ਵੱਡੀਆਂ ਆਸਾਂ ਹੁੰਦੀਆਂ। ਡੈਮੋਕ੍ਰੇਟਿਕ ਵੇ ਨਾਲ ਉੱਥੇ ਚੋਣ ਹੁੰਦੀ ਹੈ। ਲੋਕ ਆਪ ਚੁਣ ਕੇ ਨੁਮਾਇੰਦੇ ਭੇਜਦੇ ਹੈ। ਜਦੋਂ ਚੁਣ ਕੇ ਨੁਮਾਇੰਦੇ ਭੇਜੇ ਜਾਣ, ਉਹਨਾਂ ਤੋਂ ਆਸਾਂ ਵੀ ਰੱਖਦੇ ਹੈ ਕਿ ਉਹ ਚੰਗੇ ਪ੍ਰਬੰਧ ਚਲਾ ਸਕਣ, ਉਹ ਚੰਗੇ ਸੁਧਾਰ ਕਰ ਸਕਣ, ਉਹ ਲੋਕਾਂ ਦੀਆਂ ਭਾਵਨਾਵਾਂ ਪੂਰੀਆਂ ਕਰ ਸਕਣ। ਇਸ ਕਰਕੇ ਕੁਝ ਲੋਕ ਐਸੇ ਵੀ ਹੁੰਦੇ ਹੈ ਕਿ ਉੱਥੇ ਕਾਰਜ ਭਾਵੇਂ ਵੱਡੇ ਵੱਡੇ ਕੀਤੇ ਜਾਣ, ਅਤੇ ਜੇ ਕੋਈ ਛੋਟੀ ਮੋਟੀ ਕੋਈ, ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਵੀ ਹੈ, ਉੱਥੇ ਸੇਵਾਦਾਰ ਵੀ ਹੈ, ਔਰ ਉਹਨਾਂ ਦਾ ਕੋਈ IAS PCS ਵਾਲਾ ਸਾਰਾ ਕੈਲੀਬਰ ਨਹੀਂ ਹੁੰਦਾ। ਕੋਈ ਘੱਟ ਪੜ੍ਹੇ ਵੀ ਹੁੰਦੇ ਹੈ, ਕੋਈ ਛੋਟੇ ਮੁਲਾਜ਼ਮ ਹੁੰਦੇ ਹੈ, ਕੋਈ ਗਰੀਬ ਹੁੰਦੇ ਹੈ। ਉਹਨਾਂ ਦੀ ਸੋਚ ਵੀ ਜਿਹੜੀ ਹੈ ਉਹ ਉੱਥੇ ਤੱਕ ਹੀ ਹੁੰਦੀ ਹੈ। ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ। ਇਸ ਕਰਕੇ ਮੈਂ ਸਮਝਦੀ ਹਾਂ ਉਹ ਗਲਤੀਆਂ ਨੂੰ ਨਹੀਂ ਚਿਤਾਰਨਾ ਚਾਹੀਦਾ ਬਹੁਤਾ। ਪਰ ਕੁਝ ਲੋਕ ਐਸੇ ਹੁੰਦੇ ਆ ਵੀ ਉਹ ਗਲਤੀਆਂ ਨੂੰ ਹੀ ਕਿੰਤੂ ਬਣਾ ਕੇ ਅਤੇ ਉੱਥੇ ਦਾ ਜਿਹੜਾ ਸਿਸਟਮ ਹੈ ਉਹਦੇ ਉੱਤੇ ਆਪਣਾ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਆ, ਜਿਹਦੇ ਨਾਲ ਕੌਮ ਨੂੰ ਜਿਹੜੀ ਨਮੋਸ਼ੀ ਮਹਿਸੂਸ ਹੁੰਦੀ ਹੈ। ਸੋ ਜਿਸ ਤਰ੍ਹਾਂ ਵੱਡੀਆਂ ਉੱਥੇ ਕਈ ਵਾਰੀ ਗੱਲਾਂ ਹੁੰਦੀਆਂ, ਜਦੋਂ ਅੰਦਰ ਜਿਹੜਾ ਕੁਛ ਹੁੰਦਾ ਹੋਰ ਹੈ, ਪਰ ਬਾਹਰ ਉਹਦੀ ਚਰਚਾ ਜਿਹੜੀ ਹੈ ਜ਼ਿਆਦਾ ਬਣ ਜਾਂਦੀ ਹੈ, ਜਿਹਦੇ ਨਾਲ ਸਾਡਾ ਵੱਡਾ ਨੁਕਸਾਨ ਹੁੰਦਾ ਹੈ। 328 ਜਿਹੜੇ ਸਰੂਪ ਨੇ ਗੁੰਮ ਹੋਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ। ਸਿੱਖ ਜਥੇਬੰਦੀਆਂ ਬਾਹਰ ਧਰਨਾ ਲਗਾ ਰਹੀਆਂ ਨੇ। ਹੁਣ ਤੁਹਾਡੇ ਤੇ ਜ਼ਿੰਮੇਵਾਰੀ ਆ ਗਈ ਹੈ ਨਵੇਂ ਪ੍ਰਧਾਨ ਦੇ ਤੌਰ ਤੇ ਕਿ ਇਹ ਮਸਲੇ ਨੂੰ ਕਿਵੇਂ ਹੱਲ ਕਰੋਗੇ ਤੁਸੀਂ? ਹੁਣ ਦੇਖੋ, ਇਹ ਆਲਰੇਡੀ ਵੈਸੇ ਤਾਂ ਸਿੰਘ ਸਾਹਿਬ ਜੀ ਨੇ ਕਲੀਅਰ ਕਰ ਦਿੱਤਾ ਹੋਇਆ ਕਿ ਜਿਹੜੇ ਸਰੂਪ ਹੈ ਉਹ ਜਾਂਚ ਕਮੇਟੀ ਨੇ ਜਾਂਚ ਕੀਤੀ, ਔਰ ਜਿਹੜਾ ਜਾਂਚ ਕਮੇਟੀ ਦਾ ਮੁਖੀ ਸੀ ਡਾਕਟਰ ਈਸਰ ਸਿੰਘ, ਉਹਨੇ ਵੀ ਕਿਹਾ ਕਿ ਮੇਰੇ 'ਤੇ ਕੋਈ ਪ੍ਰੈਸ਼ਰ ਨਹੀਂ ਸੀ, ਮੈਂ ਇੰਡੀਪੈਂਡੈਂਟਲੀ ਸਾਰੀ ਜਾਂਚ ਕੀਤੀ ਹੈ। ਅਤੇ ਉਹਨੇ ਵੀ ਸਪਸ਼ਟ ਕੀਤਾ ਕਿ 328 ਸਰੂਪ ਕਿਤੇ ਬਾਹਰ ਨਹੀਂ ਗਏ, ਉਹ ਸੰਗਤਾਂ 'ਚ ਗਏ ਹੈ, ਥਰੂ ਪ੍ਰੋਪਰ ਚੈਨਲ ਗਏ ਹੈ। ਪਰ ਇੰਨੀ ਕੁ ਗਲਤੀ ਹੋ ਗਈ ਹੈ ਕਿ ਜਿਹੜੇ ਮੁਲਾਜ਼ਮ ਸੀ ਉੱਥੇ 1 2 ਜਾਂ 4, ਉਹਨਾਂ ਨੇ ਬੇਨਿਜ਼ਮੀਆਂ ਕੀਤੀਆਂ। ਉਹਨੇ ਪੈਸਾ ਜਿਹੜਾ ਸੀ ਮੋਖ ਜਮ੍ਹਾਂ ਨਹੀਂ ਕਰਾਈ, ਭੇਟਾ ਜਮ੍ਹਾਂ ਨਹੀਂ ਕਰਾਈ, ਜਿਹਦੇ ਨਾਲ ਇਹ ਜਿਹੜਾ ਸੀ ਚਰਚਾ ਦੇ ਵਿਸ਼ਾ ਬਣ ਗਿਆ ਜਦੋਂ ਉਹਦੇ 'ਚ ਆਈ ਹੈ ਜਾਂਚ ਕਮੇਟੀ ਦੇ ਵਿੱਚ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਉਹਨੂੰ ਜੇ ਮੌਕੇ ਦੇ ਉੱਤੇ ਹੀ ਉਹਦਾ ਹੱਲ ਨਿਕਲ ਜਾਂਦਾ ਅਤੇ ਇੰਨੀ ਚਰਚਾ ਨਹੀਂ ਸੀ ਬਣਨੀ। ਮੌਕੇ ਦੇ ਉੱਤੇ ਥੋੜ੍ਹੀ ਲਾਪਰਵਾਹੀ ਹੋ ਗਈ ਪ੍ਰਬੰਧਕਾਂ ਵੱਲੋਂ ਵੀ, ਪ੍ਰਸ਼ਾਸਨ ਵੱਲੋਂ ਵੀ, ਜਿਹਦੇ ਨਾਲ ਸਾਡਾ ਨੁਕਸਾਨ ਹੋਇਆ। ਅੱਜ ਲੋਕ ਸਮਝਦੇ ਹੈ, ਕੋਈ ਐਸੀ ਗੱਲ ਨਹੀਂ, ਸਾਰੇ ਸਿੱਖਾਂ ਨੂੰ ਵੀ ਪਤਾ, ਸਿੱਖ ਸੋਚ ਰੱਖਣ ਵਾਲੇ ਲੋਕਾਂ ਨੂੰ ਪਤਾ। ਪਰ ਕੁਝ ਲੋਕ ਜਿਹੜੇ ਕੀ ਕਹਿ ਸਕਦੇ ਆ, ਜਿਨ੍ਹਾਂ ਨੇ ਇਹ ਮਨ ਹੀ ਬਣਾ ਲਿਆ ਵੀ ਅਸੀਂ ਸਮਝਣਾ ਨਹੀਂ, ਅਸੀਂ ਇਹਨੂੰ ਵਿਚਾਰਨਾ ਨਹੀਂ, ਅਸੀਂ ਕੇਵਲ ਰੌਲਾ ਹੀ ਪਾਉਣਾ, ਅਸੀਂ ਕਿੰਤੂ ਹੀ ਕਰਨਾ, ਉਹੀ ਅਜੇ ਕਹਿ ਰਹੇ ਆ। ਬਾਕੀ ਆਮ ਸੰਗਤ ਜਿਹੜੀ ਹੈ
ਉਹ ਸਭ ਜਾਣਦੀ ਇਸ ਗੱਲ ਦੇ ਉੱਤੇ। ਸਿੱਖ ਜਥੇਬੰਦੀਆਂ ਕਿਉਂ ਨਹੀਂ ਸਮਝ ਰਹੀਆਂ? ਸਾਬਕਾ ਜਥੇਦਾਰ ਵੀ ਵਿੱਚ ਮੌਜੂਦ ਨੇ, ਉਹ ਸਿੱਧੇ ਤੌਰ ਤੇ ਇਲਜ਼ਾਮ ਲਾਉਂਦੇ ਨੇ, ਕਹਿੰਦੇ ਕਿ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਭਾਵੇਂ ਕਹਿ ਰਹੇ ਨੇ ਕਿ ਜਿਹੜੇ ਇਹ ਸਰੂਪ ਨੇ ਉਹ ਗੁੰਮ ਨਹੀਂ ਹੋਏ, ਪਰ ਉਹ ਸਿੱਧੇ ਤੌਰ ਤੇ ਵੱਡੇ ਇਲਜ਼ਾਮ ਲਾਉਂਦੇ ਨੇ, ਕਹਿੰਦੇ ਰਾਮ ਰਹੀਮ ਦੇ ਡੇਰੇ 'ਚ ਭੇਜੇ ਗਏ ਨੇ। ਚਲੋ ਇਹ ਜੇ ਉਹਨਾਂ ਨੂੰ ਸ਼ੱਕ ਹੈ ਤੇ ਉੱਥੇ ਜਾ ਕੇ ਪਤਾ ਹੀ ਕਰ ਲੈਣ। ਤੁਸੀਂ ਇਹ ਦੇਖੋ ਉਹਨਾਂ ਨੇ ਕੀ ਕਰਨਾ ਗੁਰੂ ਗ੍ਰੰਥ ਸਾਹਿਬ, ਉਹ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂ। ਉਹ ਤੇ ਮੰਨਦੇ ਹੀ ਉਹ ਬਾਬੇ ਨੂੰ ਹੈ ਜੀ, ਜਿਹੜੇ ਉਹਨਾਂ ਦੇ ਚੇਲੇ ਹੈ। ਉੱਥੇ ਕਿਉਂ ਜਾਣਗੇ? ਅਕਸਰ ਇੱਥੇ ਜਾਂਦੇ ਨੇ, 5 ਸਿੰਘ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਲੈਣ ਵਾਸਤੇ। 5 ਸਿੰਘ ਗੁਰਦੁਆਰੇ ਦੇ ਜਾ ਕੇ ਫਿਰ ਲੈ ਕੇ ਆਉਂਦੇ ਆ, ਥਰੂ ਪ੍ਰੋਪਰ ਚੈਨਲ ਜਾਂਦੇ ਆ। ਜੇ ਉਹਨਾਂ ਨੂੰ ਇਹ ਹੈਗਾ ਤੇ ਉੱਥੇ ਪਤਾ ਹੀ ਕਰਵਾ ਲੈਣ ਸਰ, ਉਹਦੀ ਇਨਕੁਆਇਰੀ ਕਰਾ ਲੈਣ। ਇਹ ਕਹਿਣਾ ਮੈਂ ਕਹਿੰਦੀ ਇਹ ਸਿੰਘ ਸਾਹਿਬ ਜਿਹੜੇ ਰਹਿ ਚੁੱਕੇ ਹੋਣ, ਮੈਂ ਉਹਨਾਂ ਦੇ ਬਾਰੇ ਦਰਅਸਲ ਮੈਂ ਚਾਹੁੰਦੀ ਨਹੀਂ ਸੀ ਅੱਜ ਕੁਝ ਕਹਿਣਾ ਜੇ, ਕਿਉਂਕਿ ਇਟਸ ਟੂ ਅਰਲੀ ਮੇਰੇ ਬਾਰੇ ਬੋਲਣਾ, ਮੈਂ ਇਸ ਬਾਰੇ ਬੋਲਾਂ। ਜਦ ਤੱਕ ਮੈਂ ਉੱਥੇ ਸਾਰੀ ਪੜਤਾਲ ਸਿੰਘ ਸਾਹਿਬ ਨੇ ਕਰਾ ਲਈ ਹੈ, ਅਸੀਂ ਉਹ ਜਿਹੜੀ ਉਹਨਾਂ ਦੀ ਪੜਤਾਲ ਹੈ ਉਹਦੇ ਅਨੁਸਾਰ ਡਿਊਟੀ ਲਾਵਾਂਗੇ, ਰਿਵਿਊ ਕਰਾਵਾਂਗੇ ਕਿ ਉੱਥੇ ਕਿਹੜੀ ਅਣਗਹਿਲੀ ਹੋਈ ਹੈ, ਕੀ ਹੋਈ ਹੈ, ਉਹ ਸਾਰਾ ਕੁਝ ਦੱਸ ਚੁੱਕੇ ਹੈ। ਤੇ ਪਰ ਜਿਹੜੇ ਇਹ ਇਲਜ਼ਾਮ ਲਾਉਣੇ, ਉਹ ਤਾਂ ਸਿੱਧਾ ਕਹੀ ਜਾਂਦੇ ਜੀ ਬਾਦਲ ਚੁੱਕ ਕੇ ਦੇ ਆਏ ਜੀ। ਦੱਸੋ ਬਾਦਲ ਸਾਹਿਬ ਇੰਨਾ ਤੁਸੀਂ ਉਸ ਇਨਸਾਨ ਨੂੰ ਸਮਝਦੇ ਹੋ ਜਿਹੜੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇ, ਬਾਣੀ ਪੜ੍ਹਦੇ ਹੋਣ, ਹਰ ਵੇਲੇ ਗੁਰੂ ਸਾਹਿਬ ਜੀ ਤੋਂ ਭੈ ਭਾਵਨੀ ਨਾਲ ਰਹਿੰਦੇ ਹੋਣ, ਇਹ ਗੱਲਾਂ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ। ਇਹ ਤਾਂ ਸਿਰਫ ਇਹ ਤੋਂ ਤੁਸੀਂ ਦੇਖ ਸਕਦੇ ਹੋ ਵੀ ਇਹ ਕੇਵਲ ਤੇ ਕੇਵਲ ਤੋਹਮਤਾਂ ਲਾਉਣ ਵਾਲੀ ਗੱਲ ਹੈ, ਕਿੰਤੂ ਹੀ ਕਰਨਾ ਹੁੰਦਾ, ਉੱਦਾਂ ਕੋਈ ਗੱਲ ਨਹੀਂ ਹੈਗੀ। ਸਾਰਿਆਂ ਨੂੰ ਸਪਸ਼ਟ ਹੈ, ਲੋਕਾਂ ਨੂੰ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਬਹੁਤ ਵੱਡੀਆਂ ਪਦਵੀਆਂ 'ਤੇ ਰਹੇ ਹੋ, ਸਿੰਘ ਸਾਹਿਬ ਰਹੇ ਆ, ਕੋਈ ਪ੍ਰਚਾਰਕ ਰਹੇ ਆ, ਕੋਈ ਉੱਥੇ ਕੀਰਤਨੀ ਜਥੇ ਕੰਮ ਕਰਦੇ ਰਹੇ ਆ। ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਓ ਸਾਰੇ ਇੱਕ ਵਾਰੀ ਆਪਣੀ ਭੈਣ ਨੂੰ ਮੌਕਾ ਦਿਓ ਕਿ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਸਕਾਂ। ਜਿੱਥੇ ਤੁਹਾਨੂੰ ਕੋਈ ਸ਼ੱਕ ਪੈਂਦੇ ਤੁਸੀਂ ਆਪਣਾ ਇੱਕ ਨੁਮਾਇੰਦਾ ਦੇ ਦਿਓ, ਜਿਹਨੂੰ ਮੈਂ ਨਾਲ ਲੈ ਕੇ ਉੱਥੇ ਤੁਹਾਡੀ ਪੜਤਾਲ ਦੇ ਵਿੱਚੋਂ ਦੇਖ ਸਕੇ। ਤੁਹਾਨੂੰ ਲੱਗਦਾ ਕਿ ਐਸਜੀਪੀਸੀ ਦੇ ਵਿੱਚ ਵੀ ਵੱਡੀ ਨਲਾਇਕੀ ਰਹੀ ਹੈ ਇਸ ਮਾਮਲੇ ਨੂੰ ਲੈ ਕੇ? ਇਹ 'ਚ ਕੋਈ ਸ਼ੱਕ ਨਹੀਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਣਗਹਿਲੀ ਹੋਈ ਹੈ, ਲਾਪਰਵਾਹੀ ਹੋਈ ਹੈ, ਔਰ ਇਹਨੂੰ ਕਿਸੇ ਨੇ ਸੀਰੀਅਸਲੀ ਲਿਆ ਹੀ ਨਹੀਂ, ਬੇਨਿਜ਼ਮੀ ਹੋਈ ਹੈ। ਜੇ ਮੁਲਾਜ਼ਮਾਂ ਨੇ ਗਲਤੀ ਕੀਤੀ ਉਹਨਾਂ ਦਾ ਤੇ ਹੈ ਹੀ ਉਹਨਾਂ ਕੀ ਕੰਮ ਹੁੰਦਾ ਹੈ, ਪਰ ਜਿਨ੍ਹਾਂ ਨੇ ਉਸ ਗਲਤੀ ਨੂੰ ਇਗਨੋਰ ਕੀਤਾ ਜਾਂ ਉਹਦੇ ਉੱਤੇ ਕੋਈ ਗੌਰ ਨਹੀਂ ਕੀਤੀ, ਉਹ ਵੀ ਸਾਡੀ ਘਾਟ ਰਹੀ ਹੈ। ਹੁਣ ਫਿਰ ਅੱਗੇ ਤੁਹਾਡਾ ਕੋਈ ਰਾਬਤਾ ਹੋਇਆ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਨ ਦੀ? ਕਿਉਂਕਿ ਇਹ ਮਾਮਲਾ ਭਾਵੇਂ ਐਸਜੀਪੀਸੀ ਕਹਿ ਰਹੀ ਹੈ ਕਿ ਇਹ ਜਿਹੜੇ ਗੁੰਮ ਨਹੀਂ ਹੋਏ ਸਰੂਪ, ਪਰ ਇਹਨੇ ਸਿੱਖਾਂ ਦੀ ਜਿਹੜੀ ਸਿਰਮੌਰ ਸੰਸਥਾ ਹੈ ਉਹਨੂੰ ਜ਼ਰੂਰ ਢਾਹ ਲਾਈ ਹੈ, ਕਾਫੀ ਵੱਡਾ ਇਹਦਾ ਨੁਕਸਾਨ ਹੋਇਆ, ਲੋਕਾਂ ਦੇ ਮਨਾਂ ਦੇ ਵਿੱਚ ਵੀ ਠੇਸ ਪਹੁੰਚੀ ਹੈ। ਹੁਣ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹ ਮਾਮਲੇ ਨੂੰ ਸਮੇਟੋਗੇ? ਮੈਂ ਤਾਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਉੱਥੇ ਜੁੜੀਆਂ ਹੋਈਆਂ, ਛੋਟੀ ਮੋਟੀ ਵੀ ਗੱਲ ਹੋਵੇ ਉਹਨੂੰ ਠੇਸ ਪਹੁੰਚਦੀ ਹੈ। ਬਿਲਕੁਲ ਸਹੀ ਹੈ, ਉਹ ਆਪਣੇ ਤਾਂ ਸੱਚੇ ਹੈ, ਕਿਉਂਕਿ ਉੱਥੋਂ ਬਹੁਤ ਵੱਡਾ ਉਹਨਾਂ ਉੱਥੋਂ ਹੀ ਅਕਸ ਸਿੱਖਾਂ ਦਾ ਜਾਂਦਾ ਹੈ, ਉੱਥੋਂ ਹੀ ਅਕਸਾਂ ਦੇ ਸਿੱਖਾਂ ਦੇ ਉਸ ਮਹਾਨ ਪਵਿੱਤਰ ਸਥਾਨ ਦਾ ਦੁਨੀਆ ਵਿੱਚ ਨਾਂ ਜਾਂਦਾ ਹੈ। ਜਦੋਂ ਕੋਈ ਨਿੱਕੀ ਮੋਟੀ ਵੀ ਗੱਲ ਹੁੰਦੀ ਹੈ, ਭਾਵੇਂ ਉਹ ਕਿਸੇ ਸੇਵਾਦਾਰ ਵੱਲੋਂ ਹੋਵੇ, ਭਾਵੇਂ ਮੁਲਾਜ਼ਮ ਵੱਲੋਂ ਹੋਵੇ, ਭਾਵੇਂ ਉਹ ਮੈਂਬਰ ਵੱਲੋਂ ਹੋਵੇ, ਭਾਵੇਂ ਪ੍ਰਧਾਨ ਵੱਲੋਂ ਹੋਵੇ, ਕਿਸੇ ਵੀ ਉੱਥੋਂ ਦੇ ਨਾਲ ਜੁੜੀ ਕੋਈ ਮਨੁੱਖ ਦਾ ਹੋਵੇ, ਉਹ ਉਹਨਾਂ ਨੂੰ ਠੇਸ ਪਹੁੰਚਦੀ ਹੈ। ਸਿੱਖ ਠੀਕ ਨੇ ਆਪਣੀ ਥਾਂ ਦੇ ਉੱਤੇ, ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਇਹ ਘਰ ਤੁਹਾਡਾ, ਇਹ ਸਥਾਨ ਤੁਹਾਡਾ, ਇਹ ਸੰਸਥਾ ਤੁਹਾਡੀ ਹੈ। ਜੇ ਤੁਹਾਨੂੰ ਕੋਈ ਕਮੀਆਂ ਲੱਗਦੀਆਂ, ਸਾਡੇ 'ਚ ਲੱਗਦੀਆਂ, ਮੈਂਬਰਾਂ 'ਚ ਲੱਗਦੀਆਂ, ਆਉਣ ਵਾਲੀਆਂ ਚੋਣਾਂ ਹੋਣੀਆਂ ਨੇ, ਤੁਸੀਂ ਜਿਸ ਵਿਅਕਤੀ ਨੂੰ ਯੋਗ ਸਮਝਦੇ ਹੋਵੋਗੇ ਤੁਸੀਂ ਚੁਣ ਕੇ ਭੇਜੋ, ਜਿਹੜਾ ਤੁਸੀਂ ਦੇਖਦੇ ਹੋ ਕਿ ਚੁਣ ਕੇ ਭੇਜੋ। ਦੇਖੋ ਇਹ ਰਸਤਾ ਇੱਕੋ ਹੀ ਹੈ ਕਿ ਜਦੋਂ ਕੋਈ ਮੈਂਬਰ ਗਲਤੀ ਕਰਦਾ, ਉਸ ਮੈਂਬਰ ਨੂੰ ਤੁਸੀਂ ਜੇ ਚੇਂਜ ਕਰਨਾ, ਤੁਸੀਂ ਉਹਦੀ ਥਾਂ ਦੇ ਉੱਤੇ ਕੋਈ ਅੱਛਾ ਆਦਮੀ ਹੋਰ ਚੁਣ ਕੇ ਭੇਜ ਦਿਓ ਜਿਹੜਾ ਗੁਰਮਤਿ ਨੂੰ ਜਾਣਦਾ ਹੋਵੇ। ਇਹ ਤਾਂ ਚੋਣਾਂ ਦੇ ਵਿੱਚ ਅਸੀਂ ਫੈਸਲਾ ਕਰਨਾ ਹੁੰਦਾ। ਜਦੋਂ ਲੋਕ ਚੁਣ ਕੇ ਭੇਜਦੇ ਆ, ਫਿਰ ਬਾਅਦ ਵਿੱਚ ਇੰਨਾ ਵਿਆਵੇਲਾ ਮੈਂਬਰਾਂ 'ਤੇ ਨਹੀਂ ਹੋਣਾ ਚਾਹੀਦਾ। ਜੇ ਉੱਥੇ ਕੋਈ ਕਮੀ ਰਹਿੰਦੀ ਹੈ ਤਾਂ ਛੇਤੀ ਚੋਣ ਹੋਵੇ, 5 ਸਾਲਾਂ ਬਾਅਦ। ਸੈਂਟਰ ਸਰਕਾਰ ਨੂੰ ਵੀ ਟਾਈਮ ਨਾਲ ਚੋਣ ਕਰਾਉਣੀ ਚਾਹੀਦੀ ਹੈ, ਔਰ ਉਹਦੇ ਵਿੱਚ ਆਪਣੇ ਨੁਮਾਇੰਦੇ ਚੁਣ ਕੇ ਭੇਜਣ। ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਵੀਰੋ, ਇਹ ਸਮਾਂ ਜਿਹੜਾ ਨਾ ਸੜਕਾਂ 'ਤੇ ਬੈਠਣ ਦਾ, ਨਾ ਧਰਨੇ ਦੇਣ ਦਾ, ਤੁਸੀਂ ਸਾਰੀ ਆਪਣੀ ਭੈਣ ਦੇ ਨਾਲ ਆਓ ਬੈਠੀਏ। ਕਿਸੇ ਵੇਲੇ ਤੁਸੀਂ ਸਮਾਂ ਇਹ ਕਹਿੰਦੇ 1-2 ਆਪਣੇ ਜਥੇਬੰਦੀ 'ਚੋਂ ਭੇਜੋ, ਮੈਂ ਤੁਹਾਡੇ ਨਾਲ ਵਿਚਾਰ ਕਰਾਂਗੀ। ਤੁਹਾਡੇ ਵਿਚਾਰ ਮੇਰੇ ਵਾਸਤੇ ਕੀਮਤੀ ਹੋਣਗੇ। ਜਿਹੜਾ ਤੁਹਾਡਾ ਸੁਝਾਅ ਗੁਰਮਤਿ ਅਨੁਸਾਰ ਜਾਂ ਉਸ ਸੰਸਥਾ ਦੇ ਨਿਯਮਾਂ ਅਨੁਸਾਰ ਵਧੀਆ ਹੋਏਗਾ, ਉਹਨਾਂ ਨੂੰ ਮੈਂ ਬਿਲਕੁਲ ਤੁਹਾਡੀ ਰਾਏ ਜਿਹੜੀ ਹੈ ਸਵੀਕਾਰ ਕਰਾਂਗੀ, ਸਤਿਕਾਰ ਕਰਾਂਗੀ। ਅੱਛਾ, ਤੁਸੀਂ ਜਥੇਦਾਰ ਹੋਣਾ ਵੱਲੋਂ ਜਿਹੜੀ ਜਾਂਚ ਕਰਵਾਈ ਗਈ ਆ ਉਹ ਰਿਪੋਰਟ ਦੇ ਨਾਲ ਬਿਲਕੁਲ ਸਹਿਮਤ ਹੋ? ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਉਹਦੇ ਤੁਸੀਂ ਵੀ ਮੈਂਬਰ ਸੀ, ਇਹ ਰਿਪੋਰਟ ਦੇ ਨਾਲ ਸਹਿਮਤ ਹੋ? ਜੇ ਲੋੜ ਪੈਂਦੀ ਹੈ ਤਾਂ ਦੁਬਾਰਾ ਵੀ ਜਾਂਚ ਕਰਵਾਓਗੇ ਇਹਦੀ?
ਨਹੀਂ ਜਿਹੜੀ ਦੇਖੋ ਅਸੀਂ ਉਹਦੇ ਵਿੱਚ ਕੋਈ ਸਾਰਾ ਦੇਖ ਲਾਂਗੇ, ਜੇ ਅਜੇ ਵੀ ਸਾਡਾ ਕੋਈ ਸ਼ੰਕਾ ਲੱਗਦਾ ਹੋਏਗਾ, ਕਿਉਂਕਿ ਸਿੰਘ ਸਾਹਿਬ ਜੀ ਨੇ ਉਹ ਜਿਹੜੀ ਜਾਂਚ ਕਰਾਈ ਸੀ, ਉਹ ਜਾਂਚ ਕਮੇਟੀ ਨੇ ਉਹਨੂੰ ਰਿਪੋਰਟ ਦਿੱਤੀ ਹੈ, ਪਰ ਉਹ ਰਿਪੋਰਟ ਨੂੰ ਅਸੀਂ ਜੇ ਦੁਬਾਰਾ ਬਾਚ ਵੀ ਲਈਏ ਤੇ ਇਹਦੇ 'ਚ ਕੋਈ ਕਿਸੇ ਦੀ ਤੋਹੀਨ ਨਹੀਂ ਹੈ। ਜੇ ਸਾਨੂੰ ਲੱਗਦਾ ਹੋਵੇ ਕਿ ਇੱਥੇ ਕੋਈ ਫਰਕ, ਤੇ ਅਸੀਂ ਸਪਸ਼ਟ ਹੁੰਦੇ ਹੋਈਏ ਕਿਸੇ ਗੱਲ ਦੇ ਉੱਤੇ, ਉਹ ਸਪਸ਼ਟ ਗੱਲ ਜਿਹੜੀ ਹੈ ਸੰਗਤਾਂ ਵਿੱਚ ਆ ਜਾਏ, ਤੇ ਮੇਰਾ ਖਿਆਲ ਹੈ ਕਿ ਹੋ ਸਕਦਾ ਕਿ ਸੰਗਤ ਉਹਦੇ ਉੱਤੇ ਕੋਈ ਤਸੱਲੀ ਮਹਿਸੂਸ ਕਰੇ। ਤੇ ਅੱਗੇ ਐਸਜੀਪੀਸੀ ਦੀਆਂ ਚੋਣਾਂ ਵੀ ਆਉਣ ਵਾਲੀਆਂ ਨੇ, ਪਰ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦੇ ਹੀ ਬੀਬੀ ਨੇ ਇੱਕ ਵਧੀਆ ਕੰਮ ਕੀਤਾ, ਜਿਹੜਾ ਰਾਮ ਰਹੀਮ ਦੀ ਜਿਹੜਾ ਮਾਫੀਨਾਮਾ ਸੀਗਾ ਉਹਦੇ ਖਿਲਾਫ ਮਤਾ ਪਾਸ ਕਰ ਦਿੱਤਾ। ਇਹ ਤੁਹਾਡੇ ਮਨ ਦੇ ਵਿੱਚ ਪਹਿਲਾਂ ਹੀ ਖਿਆਲ ਹੈਗਾ ਸੀ ਕਿ ਪ੍ਰਧਾਨ ਬਣਦਿਆਂ ਇਹ ਅਜਿਹਾ ਫੈਸਲਾ ਲਵਾਂਗੇ? ਨਹੀਂ, ਐਕਚੁਅਲੀ ਉੱਥੇ ਮਤਾ ਲੈ ਕੇ ਆਏ ਸੀ ਵੀ ਪਿਛਲੇ ਮਤਿਆਂ ਦੀ ਪੁਸ਼ਟੀ ਕੀਤੀ ਜਾਂਦੀ ਹੈ, ਜਿਹੜੀ ਪਿਛਲੇ ਉਹ ਫਿਰ ਉੱਥੇ ਗੱਲ ਹੋਈ ਸੀ ਕਿ ਰਾਮ ਰਹੀਮ ਦੀ ਵੀ ਤੁਸੀਂ ਪੁਸ਼ਟੀ ਕਰਦੇ ਹੋ। ਅਸੀਂ ਕਿਹਾ ਜੀ ਨਹੀਂ, ਉਹਦਾ ਤੇ ਮਤਾ ਜਨਰਲ ਹਾਊਸ ਵਿੱਚ ਹੋਇਆ ਹੀ ਨਹੀਂ। ਜਦੋਂ ਇੱਥੇ ਮਤਾ ਪਿਆ ਸੀ ਉਦੋਂ ਕਮੇਟੀ ਬਹਾਲ ਨਹੀਂ ਸੀ, ਉਹਦਾ ਕਮੇਟੀ ਨੇ ਕੀਤਾ ਸੀ, ਤੇ ਬਾਅਦ ਵਿੱਚ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਦੋਂ ਰੱਦ ਹੋਇਆ ਸੀ ਉਹਨੂੰ ਪ੍ਰਵਾਨ ਕੀਤਾ ਸੀ। ਅਸੀਂ ਅੱਜ ਫਿਰ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਜਿਹੜਾ ਉਹ ਰੱਦ ਕੀਤਾ ਮਤਾ ਸੀ, ਉਹਨੂੰ ਇੱਥੇ ਪੁਸ਼ਟੀ ਕਰਦੇ ਹਾਂ ਕਿ ਉਹ ਬਿਲਕੁਲ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸੀ, ਅਸੀਂ ਉਹਨੂੰ ਮੰਨਦੇ ਹਾਂ। ਐਸਜੀਪੀਸੀ ਦੀਆਂ ਚੋਣਾਂ ਵੀ ਆਉਣ ਵਾਲੀਆਂ ਨੇ, ਤੁਹਾਡੇ ਪੁਰਾਣੇ ਸਾਥੀ ਵੀ ਪੱਬਾਂ ਭਾਰ ਹੋਏ ਫਿਰਦੇ ਨੇ, ਉਹ ਕਹਿੰਦੇ ਇਸ ਵਾਰ ਬਾਦਲਾਂ ਦਾ ਕਿਲ੍ਹਾ ਢਾਹ ਕੇ ਰਹਾਂਗੇ। ਤੁਹਾਨੂੰ ਕੀ ਲੱਗਦਾ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕੀ ਰਣਨੀਤੀ ਅਪਣਾਈ ਜਾਊਗੀ? ਹਰ ਇੱਕ ਨੂੰ ਆਪਣੀ ਲਾਈਨ ਜਿਹੜੀ ਵੱਡੀ ਖਿੱਚਣੀ ਚਾਹੀਦੀ ਹੈ। ਚੋਣਾਂ ਹੋਣ, ਵਧੀਆ ਕੈਂਡੀਡੇਟ ਚੁਣ ਕੇ ਭੇਜਣ, ਸੰਸਥਾ ਦਾ ਭਲਾ ਹੋਵੇ। ਜੇ ਕਿਤੇ ਕਿਸੇ 'ਚ ਨੁਕਸ ਲੱਗਦਾ, ਕਮੀ ਲੱਗਦੀ ਹੈ, ਦੇਖੋ ਉੱਥੇ ਬਾਦਲਾਂ ਦੇ ਟਿਕਟਾਂ ਦੇਣੀਆਂ ਹੁੰਦੀਆਂ ਪਾਰਟੀ ਵੱਲੋਂ, ਉਹ ਵੀ ਟਿਕਟਾਂ ਦੇਣ, ਉਹ ਵੀ ਲੜਾਉਣ। ਜੇ ਕੋਈ ਉਹਨਾਂ ਨੇ ਦਿੱਤਾ ਕੈਂਡੀਡੇਟ ਚੰਗਾ ਹੋਏਗਾ ਉਹ ਚੁਣ ਕੇ ਚੱਲ ਜਾਏਗਾ, ਜੇ ਇਹਨਾਂ ਨੇ ਦਿੱਤਾ ਕੈਂਡੀਡੇਟ ਚੰਗਾ ਹੋਏਗਾ ਉਹ ਚੁਣ ਕੇ ਚੱਲ ਜਾਏਗਾ। ਕੌਮ ਦਾ ਭਲਾ ਹੋਏਗਾ, ਜੇ ਚੰਗੇ ਉੱਥੋਂ ਕੈਂਡੀਡੇਟ ਜਾਣਗੇ ਤੇ ਕੌਮ ਦਾ ਭਲਾ ਹੀ ਹੋਏਗਾ ਜੀ, ਸੰਸਥਾ ਦਾ ਭਲਾ ਹੋਏਗਾ। ਮੈਂ ਤਾਂ ਇਸ ਗੱਲ ਦਾ ਮਤਲਬ ਵੀ ਵੈਲਕਮ ਕਰਦੀ ਹਾਂ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਚੰਗੇ ਚੰਗੇ ਉਮੀਦਵਾਰ ਦੇਣ, ਤਾਂ ਜੋ ਸੰਸਥਾ ਦੇ ਵਿੱਚ ਅੱਛੀ ਸੋਚ ਵਾਲੇ, ਗੁਰਮਤਿ ਸੋਚ ਵਾਲੇ ਜਾਂ ਭੈ ਭਾਵਨੀ ਵਾਲੇ ਜਿਹੜੇ ਹੈ ਉਹ ਉੱਥੇ ਵਿਚਾਰ ਆਪਣੇ ਰੱਖਣ, ਤੇ ਸਹੀ ਸਿੱਖਾਂ ਦੀ ਨੁਮਾਇੰਦਗੀ ਕਰਦਿਆਂ ਹੋਇਆਂ ਉੱਥੇ ਜਿਹੜੀ ਹੈ ਆਪਣੀ ਕਾਰਜਕਾਰੀ ਕਰਨ, ਜਿਹਦੇ ਨਾਲ ਸਾਡਾ ਜਿਹੜਾ ਉਸ ਸੰਸਥਾ ਸਿਰ ਉੱਚਾ ਹੋਵੇ। ਪ੍ਰਧਾਨ ਬਣਨ ਤੋਂ ਬਾਅਦ ਤੁਹਾਡੇ ਕੁਝ ਵਿਰੋਧੀ ਬੜੇ ਨਾਰਾਜ਼ ਦਿਖਾਈ ਦੇ ਰਹੇ ਨੇ, ਕੀ ਲੱਗਦਾ? ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਇੱਕ ਉਹੋ ਜਿਹਾ ਚਿਹਰਾ ਐਸਜੀਪੀਸੀ ਦਾ ਪ੍ਰਧਾਨ ਵਜੋਂ ਨਹੀਂ ਨਿਵਾਜਿਆ। ਉਹਨੂੰ ਤਾਂ ਪਹਿਲੇ ਨਹੀਂ ਸਵੀਕਾਰ ਜੀ, ਉਹ ਕਿਉਂ ਕਰੂਗਾ? ਉਹ ਤਾਂ ਮੇਰੇ ਬਰਾਬਰ ਚੋਣ ਲੜਦੇ ਹੈ, ਤੇ ਮੇਰਾ ਖਿਆਲ ਚਲੋ ਕੋਈ ਨਹੀਂ, ਉਹਦੀ ਡਿਊਟੀ ਉਹੀ ਹੈ ਕਹਿਣਾ, ਕੌਮ ਨੇ ਮੈਨੂੰ ਸਵੀਕਾਰ ਕੀਤਾ, ਮੈਂ ਤਾਂ ਉਹਦੀ ਸੇਵਾ ਕਰਨੀ ਕੌਮ ਦੀ। ਅੱਛਾ, ਜਦੋਂ ਤੁਸੀਂ ਲਾਸਟ ਟਾਈਮ ਪ੍ਰਧਾਨ ਬਣੇ ਸੀ, ਉਦੋਂ ਤੋਂ ਲੈ ਕੇ ਤੁਹਾਡੇ ਦੌਰਾਨ 3 ਪ੍ਰਧਾਨ ਆ ਗਏ ਨੇ, ਕੀ ਲੱਗਦਾ ਉਦੋਂ ਦੇ ਪ੍ਰਧਾਨਗੀ ਦੇ ਵਿੱਚ ਤੇ ਹੁਣ ਐਸਜੀਪੀਸੀ ਦੇ ਵਿੱਚ ਕੀ ਫਰਕ ਸਮਝਿਆ? ਕਿੰਨੀ ਕੁ ਢਾਹ ਲੱਗੀ ਹੈ? ਕੋਈ ਬਦਲਾਅ ਕਿੰਨਾ ਕੁ ਹੋਇਆ ਇਹਦੇ ਵਿੱਚ? ਦੇਖੋ, ਪਹਿਲਾਂ ਮੈਂ ਪਹਿਲੀ ਵਾਰੀ ਬਣੀ ਸੀ, ਮੈਨੂੰ ਪਤਾ ਸ਼੍ਰੋਮਣੀ ਕਮੇਟੀ ਦਾ ਬਹੁਤਾ ਪਤਾ ਹੀ ਨਹੀਂ ਸੀਗਾ, ਨਾ ਮੈਨੂੰ ਕੋਈ ਬਹੁਤੇ ਨਿਯਮਾਂ ਦਾ ਪਤਾ ਸੀ ਉਸ ਵੇਲੇ, ਪਰ ਮੈਂ ਆਪਣੀ ਕਹਿ ਲਓ ਵੀ ਬੁੱਧੀ ਅਨੁਸਾਰ ਕਹਿ ਲਓ ਜਾਂ ਉੱਥੇ ਦੇ ਐਕਟ ਅਨੁਸਾਰ, ਨਿਯਮਾਂ ਅਨੁਸਾਰ ਜੋ ਮੈਂ ਦੇਖਿਆ ਸਹੀ, ਤੇ ਮੈਂ ਬਹੁਤ ਸਾਰੇ ਇੰਟੈਲੀਜੈਂਟ ਲੋਕਾਂ ਕੋਲੋਂ ਵੀ ਜਾਂ ਸਿੱਖ ਸੋਚ ਰੱਖਣ ਵਾਲੇ ਲੋਕਾਂ ਕੋਲੋਂ ਵੀ, ਧਾਰਮਿਕ ਬਿਰਤੀ ਵਾਲੇ ਲੋਕਾਂ ਕੋਲੋਂ ਵੀ ਗਾਈਡੈਂਸ ਲੈਂਦੀ ਸੀ, ਤੇ ਮੈਂ ਕੋਈ ਨਾ ਕੋਈ ਹੱਲ ਕੱਢਦੀ ਸੀ। ਇਸ ਵਾਰੀ ਵੀ ਮੈਂ ਕਹੂੰਗੀ ਕਿ ਜਿੱਥੇ ਬਹੁਤ ਵੱਡੀਆਂ ਉੱਥੇ ਕਮੀਆਂ ਹੈਗੀਆਂ ਠੀਕ ਕਰਨ ਵਾਲੀਆਂ, ਪ੍ਰਬੰਧ ਵਿੱਚ ਵੀ ਕਮੀਆਂ ਠੀਕ ਕਰਨ ਵਾਲੀਆਂ, ਔਰ ਕਈ ਐਸੇ ਵੀ ਕੰਮ ਹੈ ਜਿਹੜੇ ਗਲਤ ਵੀ ਹੋਏ ਹੋਣਗੇ, ਮੈਂ ਕੋਸ਼ਿਸ਼ ਕਰਾਂਗੀ ਕਿ ਉਹਨੂੰ ਰਿਵਿਊ ਵੀ ਕਰਾਂਗੀ। ਕੀ ਲੱਗਦਾ ਕਿਹਦੀ ਪ੍ਰਧਾਨਗੀ ਦੇ ਵਿੱਚ ਇਹ ਜਿਹੜਾ ਪ੍ਰਬੰਧ ਖਰਾਬ ਹੋਏ ਨੇ? ਮੈਂ ਹੁਣ ਦੇਖਿਆ ਨਹੀਂ ਜੀ, ਉਹ ਤੇ ਮੈਂ ਜਦੋਂ ਪੂਰੀਆਂ ਫਾਈਲਾਂ ਦੇਖਾਂਗੀ, ਰਿਵਿਊ ਕਰਾਂਗੀ, ਕਿੱਥੇ ਕੀ ਹੋਇਆ, ਕਿੱਥੋਂ ਠੀਕ ਕਰਨ ਵਾਲਾ, ਫਿਰ ਹੀ ਮੈਂ ਕਹਿ ਸਕਦੀ ਹਾਂ ਵੀ ਕਿਹਨੇ ਜਿਹਦੀਆਂ ਅਣਗਹਿਲੀਆਂ ਵਿੱਚ ਪਾਈਆਂ ਗਈਆਂ, ਲੱਗਦਾ ਕਿ ਉਹਨੂੰ ਸਜ਼ਾ ਵੀ ਸੁਣਾਊਗੀ ਸ਼੍ਰੋਮਣੀ ਕਮੇਟੀ? ਉਹ ਤੇ ਉੱਦਾਂ ਹੀ ਬਾਹਰ ਚੱਲ ਜਾਂਦੇ, ਤੇ ਫਿਰ ਸਜ਼ਾ ਕੀ ਹੁੰਦੀ ਹੈ ਜੀ? ਇਹ ਵੀ ਜਦੋਂ ਇਹ ਸੇਵਾ ਹੀ ਖਤਮ ਹੋ ਗਈ ਉੱਥੋਂ, ਦੂਜੀ ਵਾਰੀ ਸੇਵਾ ਜਿਹੜੀ ਹੈ ਉਹ ਭਾਗਾਂ ਨਾਲ ਫਿਰ ਮਿਲਦੀ ਹੈ। ਤੇ ਜੇ ਕੋਈ ਮੈਂ ਗਲਤੀ ਕਰਾਂਗੀ ਜੀ, ਮੈਨੂੰ ਗਲਤੀ ਮਾਫ ਥੋੜ੍ਹਾ ਕੀਤੀ ਜਾਣੀ ਹੈ, ਕੌਮ ਨਾਲ ਮਾਫ ਨਹੀਂ ਕਰਨੀ ਹੁੰਦੀ। ਇਸ ਕਰਕੇ ਇਹ ਗੱਲਾਂ ਨੂੰ ਆਪਾਂ ਨਹੀਂ ਸੋਚਣਾ ਚਾਹੀਦਾ। ਇਹ ਕੰਮ ਕਰਦਿਆਂ ਗਲਤੀਆਂ ਹੁੰਦੀਆਂ ਹੀ ਜੀ, ਜੇ ਸੰਸਥਾ ਨੇ ਕੰਮ ਕਰਨਾ ਉਹਦੇ ਕੋਲ ਕਮੀਆਂ ਵੀ ਰਹਿਣੀਆਂ, ਘਾਟਾਂ ਵੀ ਰਹਿਣੀਆਂ, ਉਹਦੇ 'ਚ ਗਲਤੀਆਂ ਵੀ ਹੋਣੀਆਂ, ਚੰਗਿਆਈਆਂ ਵੀ ਹੁੰਦੀਆਂ, ਪਰ ਚੰਗਿਆਈਆਂ ਘੱਟ ਦਿਸਦੀਆਂ, ਗਲਤੀਆਂ ਜ਼ਿਆਦਾ ਦਿਸਦੀਆਂ। ਅੱਛਾ, ਮਹਿਲਾ ਇਸਤਰੀ ਵਿੰਗ ਦੇ ਵੀ ਤੁਸੀਂ ਪ੍ਰਧਾਨ ਹੋ, ਉਹ ਪ੍ਰਧਾਨਗੀ ਨਾਲ ਬਰਕਰਾਰ ਰਹੂਗੀ ਇਸੇ ਤਰ੍ਹਾਂ? ਦੇਖੋ, ਮਹਿਲਾ ਤੇ ਸਗੋਂ ਉਹ ਤਾਂ ਮਹਿਸੂਸ ਕਰ ਰਹੀਆਂ ਕਿ ਅਸੀਂ ਵੂਮਨ ਇੰਪਾਵਰਮੈਂਟ ਸਾਡੀ ਬਣ ਗਈ ਹੈ। ਦੇਖੋ, ਉਹ ਇੰਨੇ ਖੁਸ਼ ਹੈ ਬੀਬੀਆਂ, ਮੈਂ ਉਹਨਾਂ ਨੂੰ ਕਿਹਾ ਸੀਗਾ, ਮੈਂ ਕਿਹਾ ਕੋਈ ਸੇ ਮੈਂ ਬੀਬੀ ਦੀ ਡਿਊਟੀ ਲਵਾ ਦਾਂ, ਕਹਿੰਦੇ ਇਹ ਨਾ ਕੰਮ ਕਰਿਓ। ਮੈਂ ਕਿਉਂ?
ਕਹਿੰਦੇ ਅਸੀਂ ਤੇ ਇਹ ਮਹਿਸੂਸ ਕਰਨ ਰਹੇ ਹਾਂ ਕਿ ਅਸੀਂ ਅੱਜ ਸਾਡੀ ਤਾਕਤ ਬਣੀ ਹੈ, ਅੱਜ ਸਾਡੀ ਤਾਕਤ ਬਣ ਗਈ ਹੈ। ਸੋ ਮੈਨੂੰ ਪਾਰਟੀ ਜੋ ਹੁਕਮ ਕਹੇਗੀ, ਕਿਸੇ ਹੋਰ ਦੀ ਡਿਊਟੀ ਦੇਣੀ ਹੈ ਹੋਰ ਕਰੇ, ਪਰ ਮੈਂ ਵਿਸ਼ਵਾਸ ਦਵਾਨੀ ਹੈ ਵੀ ਆਪਣੀਆਂ ਭੈਣਾਂ ਨੂੰ, ਆਪਣੀਆਂ ਬੀਬੀਆਂ ਨੂੰ ਇਸ ਤੋਂ ਵੀ ਵੱਧ ਮੈਂ ਮਜ਼ਬੂਤ ਕਰਾਂ, ਇਹ ਮੇਰੀ ਡਿਊਟੀ ਹੋਏਗੀ। ਸ਼੍ਰੋਮਣੀ ਕਮੇਟੀ ਕਹਿੰਦੇ ਇੱਕ ਵੱਡੀ ਸੰਸਥਾ ਹੈ, ਪਰ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਆਉਂਦਾ ਕਿ ਜੇਕਰ ਸ਼੍ਰੋਮਣੀ ਕਮੇਟੀ ਚੰਗੇ ਕੰਮ ਕਰੇ, ਜੇਕਰ ਉੱਚੀ ਸੋਚ ਰੱਖ ਲੇ, ਤਾਂ ਦੁਬਾਰਾ ਜਿਹੜੇ ਸਿੱਖਾਂ ਦਾ ਪ੍ਰਚਾਰ ਜਿਹੜਾ ਹੋ ਸਕਦਾ ਹੈ। ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਵੱਡੇ ਸਕੂਲ ਕਾਲਜ ਦੇ ਵਿੱਚ ਜਿਹੜੇ ਸਿੱਖ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਜੇਕਰ ਫ੍ਰੀ ਕਰਦੇ ਤਾਂ ਸਿੱਖੀ ਦਾ ਪ੍ਰਚਾਰ ਹੋਰ ਵੀ ਜ਼ਿਆਦਾ ਹੋ ਸਕਦਾ। ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ? ਦੇਖੋ, ਅਦਾਰੇ ਤੇ ਚੱਲਣੇ ਹੁੰਦੇ ਲੋਕਾਂ ਦੇ ਸਿਰ ਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਇਸ ਦੀਆਂ ਗਰਾਂਟਾਂ ਉੱਧਰੋਂ ਨਹੀਂ ਆਉਂਦੀਆਂ, ਇਹ ਗੁਰੂ ਦੀ ਗੋਲਕ ਤੋਂ ਚੱਲਦੀ ਹੈ। ਅਤੇ ਬਹੁਤੇ ਗੁਰਦੁਆਰੇ ਜਿਹੜੇ ਹੈ ਉਹ ਆਪਣਾ ਹੀ ਬੋਝ ਮਸਾ ਚੱਕਦੇ ਹੈ। ਥੋੜ੍ਹੇ ਗੁਰਦੁਆਰੇ ਜਿੱਦਾਂ ਦਰਬਾਰ ਸਾਹਿਬ ਹੈ, ਬਾਬਾ ਬਕਾਲਾ ਹੋਇਆ, ਕੁਛ ਐਸੇ ਕੇਸਗੜ੍ਹ ਸਾਹਿਬ, ਕੁਝ ਗੁਰਦੁਆਰੇ ਹੈ ਜਿਨ੍ਹਾਂ ਦੀ ਆਮਦਨ ਵਿੱਚੋਂ ਵਧਾ ਕੇ ਅਸੀਂ ਉਹਨਾਂ ਕਾਲਜਾਂ ਸਕੂਲਾਂ ਵਿੱਚ ਖਰਚ ਕਰਦੇ ਹਾਂ। ਹੁਣ ਹੌਸਪੀਟਲ ਹੈ, ਉੱਥੇ ਮੰਨ ਲਓ 1000-1200 ਕਰੋੜ ਰੁਪਇਆ ਖਰਚਿਆ, ਸਾਰਾ ਦਰਬਾਰ ਸਾਹਿਬ 'ਚੋਂ ਖਰਚਿਆ। ਹੁਣ ਉਹਦੇ ਵਿੱਚ ਜੇ ਅਸੀਂ ਇੰਨੇ ਡਾਕਟਰ ਲਾਏ ਹੈ, ਉਹਨਾਂ ਦੀ 4-4 ਲੱਖ ਵੀ ਤਨਖਾਹ, 3-3 ਲੱਖ ਵੀ ਤਨਖਾਹ, ਡਾਕਟਰ ਤਾਂ ਮਿਲਦੇ ਹੀ ਨਹੀਂ, ਤੁਹਾਨੂੰ ਪਤਾ ਹੀ ਹੈ, ਬਾਹਰਲੀ ਸਟੇਟਾਂ 'ਚੋਂ ਵੀ ਆਏ ਹੈ। ਜੇ ਅਸੀਂ ਉਹਨਾਂ ਨੂੰ ਤਨਖਾਹ ਨਹੀਂ ਦੇਵਾਂਗੇ ਤਾਂ ਹਸਪਤਾਲ ਕਿੱਦਾਂ ਚੱਲਣਗੇ? ਉੱਥੋਂ ਇੰਨੇ ਇੰਸਟਰੂਮੈਂਟਸ ਨਹੀਂ ਹੋਣਗੇ ਤਾਂ ਹਸਪਤਾਲ ਕਿੱਦਾਂ ਚੱਲਣਗੇ? ਉੱਥੇ ਮਸ਼ੀਨਰੀ ਵੀ ਆਉਣੀ ਹੈ, ਉੱਥੇ ਸਾਰੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਜਾਣੀਆਂ। ਸੋ ਉਹ ਜਿਹੜਾ ਜੇ ਅਸੀਂ ਕਹੀਏ ਵੀ ਸਾਰਾ ਹੀ 1000 ਕਰੋੜ ਰੁਪਈਆ ਅਸੀਂ ਕੱਢ ਲਾਂਗੇ ਦਰਬਾਰ ਸਾਹਿਬ ਤੋਂ, ਇਹ ਬੜਾ ਔਖਾ ਹੁੰਦਾ। ਇਹ ਤਾਂ ਸਾਨੂੰ ਬੜੇ ਸੰਜਮ ਨਾਲ ਤੁਰਨਾ ਪੈਂਦਾ। ਹਾਂ ਠੀਕ ਹੈ, ਕਿਸੇ ਬੱਚੇ ਨੂੰ, ਕੋਈ ਸਿੱਖ ਬੱਚਾ ਉਹ ਪੜ੍ਹਾਈ 'ਚ ਬਿਹਤਰ ਹੈ, ਬਹੁਤ ਵਧੀਆ, ਉਹ ਖਰਚੇ ਕੋਲੋਂ ਘਰ ਬਹਿੰਦਾ, ਉਹਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਬੱਚਾ ਪੜ੍ਹਨਾ ਚਾਹੁੰਦਾ ਹੈ, ਬੱਚਾ ਪੜ੍ਹਦਾ ਹੈ, ਉਹ ਫੀਸ ਨਹੀਂ ਦੇ ਸਕਦੇ ਉਹਦੇ ਘਰ ਦੇ, ਉੱਥੇ ਉਹਦੀ ਮਦਦ ਕਰਨੀ ਚਾਹੀਦੀ ਹੈ। ਪਰ ਜਿਹੜੇ ਲੋਕ ਫੀਸ ਆਪਣੀ ਦੇ ਸਕਦੇ ਹੈ, ਉਹ ਵੀ ਗੁਰੂ ਦੀ ਗੋਲਕ ਹੀ ਹੈ, ਆਪਣੇ ਬੱਚੇ ਨੂੰ ਪੜ੍ਹਾਉਣਾ, ਉਹ ਵੀ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਨਾ। ਮਾਂ ਬਾਪ ਦਾ ਫਰਜ਼ ਹੈ ਆਪਣੇ ਬੱਚੇ ਨੂੰ ਐਜੂਕੇਸ਼ਨ ਦੇਣੀ। ਜੇ ਉਹ ਦੂਜੇ ਸਕੂਲਾਂ 'ਚ ਵੀ ਦੇਣਗੇ ਫੀਸ, ਅਤੇ ਜੇ ਉੱਥੇ ਵੀ ਦੇ ਦੇਣਗੇ, ਉਹਨਾਂ ਕੋਲ ਹੈਗੀ ਹੈ, ਦੇਣ ਜੋਗੇ ਹੈਗੇ ਹੈ, ਅਤੇ ਫਿਰ ਆਪਾਂ ਨੂੰ ਇਹ ਗੱਲ ਸੋਚਣੀ, ਇਹ ਨਹੀਂ ਗੱਲ ਕਹਿਣੀ ਚਾਹੀਦੀ ਵੀ ਸਾਰੇ ਸਿੱਖਾਂ ਦੇ ਬੱਚਿਆਂ ਨੂੰ ਫਰੀ ਪੜ੍ਹਾ ਦਿੱਤਾ ਜਾਵੇ। ਇਹ ਮੈਂ ਜ਼ਰੂਰ ਕਹਿੰਦੀ ਹਾਂ ਕਿ ਜਿਹੜਾ ਸਿੱਖ ਦਾ ਬੱਚਾ ਕਮਜ਼ੋਰ ਹੈ ਇਕਨੋਮਿਕਲੀ, ਅਤੇ ਉਹ ਪੜ੍ਹਾਈ ਵਿੱਚ ਇੰਟੈਲੀਜੈਂਟ ਹੈ, ਫੀਸ ਕੋਲੋਂ ਘਰ ਬਹਿੰਦਾ ਹੈ, ਉਹਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ, ਫਰੀ ਪੜ੍ਹਾਉਣਾ ਚਾਹੀਦਾ ਉਹਨੂੰ, ਬਿਲਕੁਲ ਉਹਦੇ ਲਾਇਬਿਲਟੀ ਦੇ ਮਾਂ ਪਿਓ ਦੀ ਨਹੀਂ ਹੋਣੀ ਚਾਹੀਦੀ। ਇੱਕ ਸਵਾਲ ਲਾਸਟ ਮੈਂ ਲਊਂਗਾ। ਕਹਿੰਦੇ 1925 ਦੇ ਵਿੱਚ ਜਦੋਂ ਐਕਟ ਬਣ ਗਿਆ ਸ਼੍ਰੋਮਣੀ ਕਮੇਟੀ ਦਾ, ਉਦੋਂ ਕਹਿੰਦੇ ਜਿਹੜੇ ਸਿਧਾਂਤ ਅਪਣਾਏ ਜਾਂਦੇ ਸੀ ਸ਼੍ਰੋਮਣੀ ਕਮੇਟੀ ਦੇ ਵੱਲੋਂ, ਉਹ ਹੁਣ ਅਪਣਾਏ ਨਹੀਂ ਜਾਂਦੇ। ਹੁਣ ਤੁਹਾਡੇ ਤੇ ਜ਼ਿੰਮੇਵਾਰੀ ਆ ਗਈ ਹੈ, ਲੱਗਦਾ ਕਿ 100 ਸਾਲ ਪਹਿਲਾਂ ਵਾਲੀ ਜਿਹੜੀ ਸ਼੍ਰੋਮਣੀ ਕਮੇਟੀ ਬਣੀ ਸੀ ਉਹਨੂੰ ਤੁਸੀਂ ਵਾਪਸ ਲੈ ਕੇ ਆਓਗੇ? ਦੇਖੋ, ਮੈਂ ਕੋਸ਼ਿਸ਼ ਮੇਰੀ ਹਮੇਸ਼ਾ ਹੁੰਦੀ ਹੈ ਕਿ ਮੈਂ ਐਕਟ ਤੋਂ ਬਾਹਰ ਕੰਮ ਨਹੀਂ ਕਰਦੀ। ਇਹ ਮੇਰੀ ਆਪਣੀ ਸੋਚ ਹੈ। ਇਸੇ ਕਰਕੇ ਕਿਉਂਕਿ ਕਈ ਵਾਰੀ ਸਾਡੇ ਮੈਂਬਰ ਜਿਹੜੇ ਨਵੇਂ ਬਣਦੇ ਹੈ, ਬਹੁਤੇ ਮੈਂਬਰ ਐਕਟ ਨਹੀਂ ਪੜ੍ਹਦੇ, ਬਹੁਤੇ ਤੇ ਕਈ ਸਿੱਖ ਰਹਿਤ ਮਰਿਆਦਾ ਵੀ ਨਹੀਂ ਪੜ੍ਹਦੇ। ਮੈਨੂੰ ਲੱਗਦਾ ਤੁਸੀਂ ਸਾਰੇ ਸਿੱਖਾਂ ਨੂੰ ਵੇਖ ਲਓ ਤੇ ਬਹੁਤ ਘੱਟ ਸਿੱਖ ਹੈ ਜਿਹੜਾ ਆਪਣਾ ਸਿੱਖ ਰਹਿਤ ਮਰਿਆਦਾ ਮਤਲਬ ਕੋਡ ਪੜ੍ਹਦਾ ਹੋਵੇ। ਪਰ ਜਿੱਦਾਂ ਕਿਸੇ ਸਕੂਲ ਦਾ ਕੋਡ ਹੈ, ਉਹ ਆਪਣੀ ਰਹਿਤ ਉਹ ਦੱਸਦੇ ਜੀ ਸਾਡੀ ਆਹ ਡਰੈਸ ਹੋਏਗੀ, ਟਾਈਮ ਟੇਬਲ ਹੋਏਗਾ। ਜੇ ਉਹਦੇ ਉੱਤੇ ਨਹੀਂ ਚੱਲਦੇ ਤਾਂ ਫਿਰ ਉਹ ਫਿਸਲ ਜਾਂਦੇ ਹੈ, ਫੇਲ ਹੋ ਜਾਂਦੇ ਸਕੂਲ। ਇਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਸਿੱਖ ਵਾਸਤੇ ਦਿੱਤੀ ਹੋਈ ਹੈ। ਜੇ ਉਹਨੂੰ ਨਹੀਂ ਅਪਣਾਉਂਦਾ ਸਿੱਖ, ਇਟ ਮੀਨਸ ਕਿ ਉਹ ਕਾਮਯਾਬ ਨਹੀਂ ਹੋ ਸਕਦਾ, ਪੂਰਨ ਸਿੱਖ ਨਹੀਂ ਬਣ ਸਕਦਾ। ਇਸੇ ਤਰ੍ਹਾਂ ਸਾਡਾ ਐਕਟ ਜਿਹੜਾ ਉਹਨੇ ਸਾਨੂੰ ਤੁਰਨ ਵਾਸਤੇ ਓਪਨਿਜ਼ਮ ਬਣੇ ਆ, ਉਹ ਸਾਨੂੰ ਜ਼ਰੂਰੀ ਆਪਣੇ ਦਿਮਾਗ 'ਚ ਰਹਿਣੇ ਪੈਣਗੇ। ਮੈਂਬਰਾਂ ਨੂੰ ਅਸੀਂ ਕਿਉਂਕਿ ਅਸੀਂ ਪਰਸੋਂ ਹੀ ਫੈਸਲਾ ਕਰਨ ਲੱਗੇ ਹਾਂ ਕਿ 2 ਦਿਨ ਅਸੀਂ ਉੱਥੇ ਜਿੱਦਾਂ ਇੱਕ ਸੈਸ਼ਨ ਹੁੰਦਾ ਅਸੀਂ ਲਾਵਾਂਗੇ। ਉਹਦੇ ਵਿੱਚ ਅਸੀਂ ਪੂਰੀ ਸਿੱਖ ਰਹਿਤ ਮਰਿਆਦਾ ਨੂੰ ਇੱਕ ਜਿਹੜਾ ਉੱਥੇ ਪੁਆਇੰਟ ਹੈ ਉਹਨੂੰ ਡਿਸਕਸ ਕਰਾਂਗੇ ਔਰ ਸਾਰਿਆਂ ਨੂੰ ਇਹ ਯਾਦ ਦਿਲਾਵਾਂਗੇ। ਵੈਸੇ ਤਾਂ ਉਹਨਾਂ ਪੜ੍ਹਿਆ ਹੀ ਹੁੰਦਾ ਪਹਿਲਾਂ ਹੀ, ਜਿਹੜਾ ਕਿ ਕੋਈ ਅੰਮ੍ਰਿਤਧਾਰੀ ਹੁੰਦੇ ਹੈ, ਪੜ੍ਹਦੇ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਫਿਰ ਵੀ ਕਈ ਵਾਰੀ ਅਸੀਂ ਅਵੇਸਲੇ ਹੋ ਜਾਂਦੇ ਹਾਂ। ਦੂਜਾ ਐਕਟ ਜਿਹੜਾ ਉਹਦੇ ਵਿੱਚ ਲਿਖੇ ਨਿਜ਼ਮ ਓਪਨਿਜ਼ਮ, ਉਹਨਾਂ ਨੂੰ ਅਸੀਂ ਗ੍ਰਹਿਣ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਮੈਂਬਰਾਂ ਦੇ ਕੋਲ ਇਹ ਚੀਜ਼ਾਂ ਆ ਗਈਆਂ, ਜਾਂ ਸਾਡੇ ਸਕੱਤਰਾਂ ਨੂੰ ਇਸ ਗੱਲ ਦੇ ਉੱਤੇ ਕਈ ਹੋ ਸਕਦਾ ਸਾਡੇ ਮੁਲਾਜ਼ਮ ਨਾਲ ਵੀ ਨਾ ਪੜ੍ਹੇ ਹੋਣ, ਨਿਜ਼ਮ ਓਪਨਿਜ਼ਮ ਇਹਨਾਂ ਨਾਲ ਵੀ ਨਾ ਪੜ੍ਹੇ ਹੋਣ। ਹੋ ਸਕਦਾ ਇਹ ਵੀ ਜਿੱਦਾਂ ਹੁਣ ਬੱਚਾ ਕੋਈ ਲੱਗ ਜਾਂਦਾ 10 ਪੜ੍ਹਿਆ ਸਾਡੇ ਕੋਲ ਲੱਗ ਜਾਂਦਾ। ਅੱਗੇ ਸੀਗਾ ਕਿ 3 ਮਹੀਨੇ ਨੂੰ ਟ੍ਰੇਨਿੰਗ ਦਿੰਦੇ ਸੀ, ਪਹਿਲਾਂ ਇਹੀ ਸਾਡੇ ਲਿਖਿਆ ਹੋਇਆ ਨਿਯਮਾਂ 'ਚ ਵੀ
ਕਿ ਜਦੋਂ ਕੋਈ ਭਰਤੀ ਹੁੰਦਾ ਉਹਨੂੰ ਟ੍ਰੇਨਿੰਗ ਪਹਿਲਾਂ ਦਿਓ, ਉਹਨੇ ਬੋਲਣਾ ਕਿੱਦਾਂ, ਉਹਨੇ ਡੀਲ ਕਿੱਦਾਂ ਕਰਨਾ, ਆਇਆਂ ਨੂੰ ਜੀ ਆਇਆਂ ਕਿੱਦਾਂ ਕਹਿਣਾ, ਸ਼ਰਧਾ ਕਿੱਦਾਂ ਰੱਖਣੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਅਸੀਂ ਕਰਦੇ ਹਾਂ ਨਾ ਜੀ, ਸਿਫਾਰਿਸ਼ ਨਾਲ ਜਾ ਕੇ ਕਹਿੰਦੇ ਮੁੰਡਾ ਵਿਚਾਰਾ ਕੋਈ ਨਹੀਂ ਪੁੱਛਦਾ ਜੀ, ਇਹਨੂੰ ਭਰਤੀ ਕਰ ਲਓ ਜੀ, ਚਲੋ ਜੀ ਇਹ ਵਿਚਾਰਾ ਗਰੀਬ ਹੈ ਜੀ, ਇਹਨੂੰ ਭਰਤੀ ਕਰ ਲਓ। ਅਸੀਂ ਸੋਚਦੇ ਚਲੋ ਸਿੱਖ ਹੈ ਰੋਟੀ ਖਾਏਗਾ, ਇਹੀ ਹੈ ਨਾ ਜੀ। ਪਰ ਗੱਲ ਨੇ ਉੱਥੇ ਆ ਕੇ ਸਾਨੂੰ ਕੁਝ ਸਿੱਖਣਾ ਵੀ ਪਏਗਾ। ਇਹੀ ਕਾਰਨ ਹੈ ਕਿ ਸਾਡੀ ਉੱਥੇ ਜਿਹੜੀ ਚਰਚਾ ਜ਼ਿਆਦਾ ਜਾਂਦੀ ਹੈ, ਜਦੋਂ ਅਸੀਂ ਇਹਨਾਂ ਚੀਜ਼ਾਂ 'ਚ ਕਮਜ਼ੋਰ ਰਹਿੰਦੇ ਹਾਂ। ਸੋ ਕੋਸ਼ਿਸ਼ ਕਰਾਂਗੀ ਮੈਂ ਕਿ ਨਿਜ਼ਮ ਉਪਨਿਜ਼ਮ ਜਿਹੜੇ ਬਣੇ ਹੈ ਜਾਂ ਸਾਡੇ ਉੱਥੋਂ ਦਾ ਪ੍ਰੋਸੀਜਰ ਜਿਹੜਾ ਹੈ ਉਹਨੂੰ ਅਸੀਂ ਫੋਲੋ ਕਰੀਏ ਔਰ ਉਹਦੇ 'ਚ ਕੋਈ ਕੋਤਾਹੀ ਨਾ ਕਰੀਏ ਜਿਹਦੇ ਨਾਲ ਸਾਡਾ ਨੁਕਸਾਨ ਹੋ ਸਕੇ। ਕੁਝ ਪੁਆਇੰਟ ਦੱਸਣਾ ਚਾਹੋਗੇ ਜਿਹੜੇ ਤੁਸੀਂ ਸੋਚੇ ਹੋਣਗੇ ਇਹ ਪੁਆਇੰਟਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਤੇ ਜਾਂਦਿਆਂ ਹੁਣ ਪ੍ਰਧਾਨਗੀ ਤੋਂ ਬਾਅਦ ਇਹ ਕਰਨੇ? ਸਭ ਤੋਂ ਪਹਿਲਾਂ ਤਾਂ ਮੈਂ ਦੇਖਾਂਗੀ ਕਿ ਜਿਹੜੇ ਸਾਡੇ ਨਾ ਮੁਲਾਜ਼ਮਾਂ 'ਚ ਕੁਛ ਦੁਬਿਧਾ ਜੀ ਪਈ ਹੈ। ਇਹ ਮੁਲਾਜ਼ਮ ਇੱਕ ਦੂਜੇ ਨਾਲ ਬਹੁਤ ਵੱਡੀ ਈਰਖਾ ਕਈ ਰੱਖਦੇ ਹੈ। ਮੈਂ ਉਹਨੂੰ ਪੁੱਛਦੀ ਵੀ ਕਾਰਨ ਕੀ ਹੈ, ਕਹਿੰਦੇ ਜੀ ਉਹਨੂੰ ਉੱਦਾਂ ਹੀ ਤਰੱਕੀਆਂ ਮਿਲ ਗਈਆਂ, ਉਹਨੂੰ ਕਿਸੇ ਨੇ ਓਵਰਲੈਪਿੰਗ ਹੀ ਗ੍ਰੇਡ ਦੇ ਦਿੱਤੇ ਹੈ। ਇਹੋ ਜਿਹੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਾਂਗੀ ਸਾਰੇ ਦੇ ਗ੍ਰੇਡਸ ਕੀ ਸਿਸਟਮ 'ਚ ਹੈ, ਸਾਰਿਆਂ ਦੀਆਂ ਪ੍ਰਮੋਸ਼ਨਸ ਕੀ ਸਿਸਟਮ 'ਚ ਹੈ। ਜੇ ਕਿਸੇ ਨੇ ਕੋਈ ਕਰਪਸ਼ਨ ਕੀਤੀ ਹੈ, ਆਇਆ ਉਹ ਕਰਪਸ਼ਨ ਕਿੰਨੀ ਕੁ ਹੈ, ਕੀ ਉਹ ਮਾफ़ ਕਰਨ ਯੋਗ ਸੀ, ਜਾਂ ਕਿਸੇ ਨੇ ਕੋਈ ਐਸਾ ਕਰਮ ਕੀਤਾ ਜਿਹੜਾ ਕਿ ਸਾਡੇ ਗੁਰਮਤ ਨੂੰ ਨਹੀਂ ਪਾਉਂਦਾ, ਕਿ ਉਹ ਵਿੱਚ ਮੁਲਾਜ਼ਮ ਕਿਤੇ ਕੋਈ ਖਰਾਬੀ ਤਾਂ ਨਹੀਂ ਕਰ ਰਿਹਾ। ਇਹ ਚੀਜ਼ਾਂ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਦੀਆਂ ਸਾਰੀਆਂ ਫਾਈਲਾਂ ਨੂੰ ਟੀਮ ਇੱਕ ਬਣਾ ਕੇ ਕਮੇਟੀ ਉਹ ਸਾਰਾ ਮੈਂ ਰਿਵਿਊ ਕਰਾਉਂਗੀ। ਬਹੁਤ ਬਹੁਤ ਧੰਨਵਾਦ ਬੀਬੀ ਜੀ ਗੱਲਬਾਤ ਕਰਨ ਲਈ। ਸੋ ਇਹ ਨੇ ਬੀਬੀ ਜਗੀਰ ਕੌਰ ਜਿਹੜੇ SGPC ਦੇ ਨਵੇਂ ਪ੍ਰਧਾਨ ਬਣੇ ਨੇ ਅਤੇ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪ੍ਰਬੰਧਾਂ ਦੇ ਵਿੱਚ ਕੁਝ ਘਾਟ ਜ਼ਰੂਰ ਰਹੀ ਹੈ ਅਤੇ ਉਹਨਾਂ ਜਿਹੜੀ ਘਾਟ ਹੈ ਉਸ ਨੂੰ ਇਹ ਪੂਰਾ ਜ਼ਰੂਰ ਕਰਨਗੇ। ਅਤੇ ਜਿਹੜੇ 328 ਸਰੂਪ ਗੁੰਮ ਹੋਣ ਦਾ ਜਿਹੜਾ ਮਾਮਲਾ ਗਰਮਾਇਆ ਹੋਇਆ ਉਸ ਲਈ ਵੀ ਇਹਨਾਂ ਨੇ ਸਿੱਖ ਜਥੇਬੰਦੀਆਂ ਨੂੰ ਟੇਬਲ ਟਾਕ ਦੇ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਇਹਨਾਂ ਕਿਹਾ ਕਿ ਧਰਨੇ ਲਗਾਉਣ ਦੀ ਬਜਾਏ ਟੇਬਲ ਟਾਕ ਤੇ ਆ ਕੇ ਗੱਲਬਾਤ ਕਰਨ, ਜਿਸ ਦੇ ਨਾਲ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਬੇਗੋਵਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।